ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਕਲਗੀਧਰ ਦਸਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਿੱਖ ਕੌਮ ਸ਼ੁਰੂ ਤੋਂ ਹੀ ਬਹਾਦਰਾਂ ਦੀ, ਸੂਰਮਿਆਂ ਦੀ, ਦਲੇਰਾਂ ਦੀ, ਯੋਧਿਆਂ ਦੀ ਕੌਮ ਹੈ। ਇਸ ਕੌਮ 'ਤੇ ਪਤਾ ਨਹੀਂ ਕਿੰਨੀ ਕੁ ਵਾਰ ਤਸੱਦਦ ਢਾਇਆ ਗਿਆ, ਭਾਵੇਂ ਉਹ ਔਰੰਗਜ਼ੇਬ ਹੋਵੇ, ਭਾਵੇਂ ਉਹ ਜਹਾਂਗੀਰ ਹੋਵੇ, ਭਾਵੇਂ ਉਹ ਜ਼ਕਰੀਆ ਖਾਨ ਸੂਬਾ ਸਰਹੰਦ, ਅਤੇ ਭਾਵੇਂ ਉਹ ਮੀਰ ਮੰਨੂ ਹੋਵੇ, ਅਤੇ ਜਾਂ ਫਿਰ ਸਾਧ ਸੰਗਤ ਜੀ ਭਾਵੇਂ ਉਹ ਭਾਰਤੀ ਮੂਲ ਦੀਆਂ ਕੁਝ ਸਰਕਾਰਾਂ ਹੋਣ, ਪਰ ਇਸ ਕੌਮ ਦੀ ਕਦੀ ਪਿੱਠ ਨਹੀਂ ਲਵਾ ਸਕੀਆਂ। ਸਾਧ ਸੰਗਤ ਜੀ, ਸਾਡੀ ਕੌਮ 'ਤੇ ਕੁੱਲ 3 ਘੱਲੂਘਾਰੇ ਹੋਏ ਨੇ। ਇੱਕ ਹੈ ਛੋਟਾ ਘੱਲੂਘਾਰਾ, ਇੱਕ ਵੱਡਾ ਘੱਲੂਘਾਰਾ, ਅਤੇ ਇੱਕ ਤੀਜਾ ਘੱਲੂਘਾਰਾ। ਕਹਿੰਦੇ ਨੇ ਜਦੋਂ ਭਾਰਤ ਦੀ ਸਰਕਾਰ ਨੇ 1984 ਨੂੰ, ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਮਲਾ ਕੀਤਾ ਸੀ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਜੂਝ ਰਹੇ ਅਨੇਕਾਂ ਹੀ ਸਿੰਘਾਂ ਸਿੰਘਣੀਆਂ ਅਤੇ ਭਜੰਗੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਸਾਧ ਸੰਗਤ, ਅੱਜ ਆਪਾਂ ਗੱਲ ਕਰਾਂਗੇ ਵੱਡੇ ਘੱਲੂਘਾਰੇ ਬਾਰੇ, ਜਿਹੜਾ ਕਿ ਕੋਪਰਹੀੜੇ ਦੀ ਧਰਤੀ 'ਤੇ 1761 ਅਤੇ 1762 ਦੇ ਵਿਚਾਲੇ ਵਾਪਰਿਆ। ਇਹ ਜੰਗ ਅਬਦਾਲੀ ਬਨਾਮ ਸਿੱਖਾਂ ਨੇ ਲੜੀ। ਅਬਦਾਲੀ ਦੇ ਖਿਲਾਫ ਸਿੱਖਾਂ ਨੇ ਲੜੀ। ਅਸਲ ਦੇ ਵਿੱਚ ਅਬਦਾਲੀ ਦਾ ਸ਼ੁਰੂ ਤੋਂ ਸਿੱਖਾਂ ਦੇ ਨਾਲ ਕੋਈ ਵੈਰ ਨਹੀਂ ਸੀ। ਸਾਧ ਸੰਗਤ ਜੀ, ਹਿੰਦੁਸਤਾਨ ਦੇ ਵਿੱਚ 2 ਕੌਮਾਂ ਨੂੰ ਸ਼ੁਰੂ ਤੋਂ ਹੀ ਬੜਾ ਦਲੇਰ ਮੰਨਿਆ ਗਿਆ ਹੈ। ਇੱਕ ਮਰਾਠੇ, ਜਿਨ੍ਹਾਂ ਨੂੰ ਅਸੀਂ ਹਿੰਦੀ 'ਚ ਮਰਾਠੇ ਕਹਿੰਦੇ ਹਾਂ, ਅਤੇ ਦੂਜੇ ਨੇ ਸਿੱਖ। ਸਾਧ ਸੰਗਤ ਜੀ, ਅਬਦਾਲੀ ਨੇ 5ਵਾਂ ਹਮਲਾ ਕੀਤਾ ਸੀ। ਜਦੋਂ ਅਬਦਾਲੀ ਨੇ ਹਿੰਦੁਸਤਾਨ 'ਤੇ 5ਵਾਂ ਹਮਲਾ ਕੀਤਾ ਅਤੇ ਉਹ ਪਾਣੀਪਤ ਦੀ ਸਰਜ਼ਮੀਨ 'ਤੇ ਕੀਤਾ, ਜਿਹਦੇ ਨਾਲ ਉਹਦਾ ਟਾਕਰਾ ਮਰਾਠਿਆਂ ਦੇ ਨਾਲ ਹੋਇਆ, ਅਤੇ ਉਹਨਾਂ ਮਰਾਠਿਆਂ ਦਾ ਅਹਿਮਦ ਸ਼ਾਹ ਅਬਦਾਲੀ ਨੇ ਉਸ ਬੁਰੀ ਤਰ੍ਹਾਂ ਦੇ ਨਾਲ ਮਰਾਠਿਆਂ ਦੀ ਪਿੱਠ ਲਵਾਈ। ਮਰਾਠਿਆਂ ਦਾ ਮੂੰਹ ਉਹਨੇ ਬੁਰੀ ਤਰ੍ਹਾਂ ਮਰੋੜਿਆ, ਅਤੇ ਉਹਨੇ ਉਸ ਵੇਲੇ ਉਹਨੇ ਕਿਹਾ ਸੀ ਕਿ ਜੇ ਇਹ ਇੱਕ ਦਲੇਰ ਕੌਮ ਹੋਈ, ਜੇ ਮਰਾਠੇ ਵਾਕਈ ਦਲੇਰ ਹੋਏ, ਅਤੇ ਹੁਣ ਇਹ ਮੇਰੇ ਪੋਤਰਿਆਂ ਨਾਲ ਮੁਕਾਬਲਾ ਕਰਨਗੇ। ਘੱਟੋ ਘੱਟ ਕਹਿੰਦਾ, ਮੈਂ 2 ਪੀੜ੍ਹੀਆਂ ਵਾਸਤੇ ਇਹਨਾਂ ਦਾ ਸਿਰ ਉੱਠਣ ਜੋਗਾ ਨਹੀਂ ਜੇ ਛੱਡਿਆ। ਸਾਧ ਸੰਗਤ ਜੀ, ਭਾਰਤ ਉੱਤੇ 7ਵੀਂ ਸਦੀ ਤੋਂ ਲੈ ਕੇ 15ਵੀਂ ਸਦੀ ਤੱਕ ਅਨੇਕਾਂ ਹੀ ਹਮਲਾਵਰਾਂ ਨੇ ਹਮਲਾ ਕੀਤਾ। ਅਤੇ ਕਮਾਲ ਦੀ ਗੱਲ ਵੇਖੋ, ਜਿੰਨੇ ਵੀ ਹਮਲਾਵਰ ਆਏ, ਭਾਵੇਂ ਉਹ ਮੁਹੰਮਦ ਗੌਰੀ ਆਇਆ, ਭਾਵੇਂ ਉਹ ਮਹਿਮੂਦ ਗਜ਼ਨੀ ਆਇਆ, ਭਾਵੇਂ ਉਹ ਕੋਈ ਵੀ ਆਇਆ, ਉਹ 500, 700, 1000, 1200 ਲਾਮ ਲਸ਼ਕਰ ਸਿਪਾਹੀਆਂ ਦਾ ਆਪਣੇ ਨਾਲ ਲੈ ਕੇ ਆਉਂਦੇ, ਅਤੇ ਸਾਡੇ ਇੱਥੇ ਧਾਰਮਿਕ ਸਥਲਾਂ ਨੂੰ, ਮੰਦਰਾਂ ਨੂੰ, ਮਸਜਿਦਾਂ ਨੂੰ ਤਬਾਹ ਕਰ ਦਿੰਦੇ, ਉਹਨਾਂ ਦੀ ਬੇਅਦਬੀ ਕਰ ਦਿੰਦੇ, ਅਤੇ ਜਵਾਨ ਔਰਤਾਂ ਨੂੰ, ਜਵਾਨ ਧੀਆਂ ਭੈਣਾਂ ਨੂੰ, ਬੱਚੀਆਂ ਨੂੰ ਉਠਾ ਕੇ ਲੈ ਜਾਂਦੇ, ਅਤੇ ਕਿੰਨਾ ਖਜ਼ਾਨਾ ਵੀ ਲੁੱਟ ਲੈਂਦੇ। ਹੈਰਾਨਗੀ ਵਾਲੀ ਗੱਲ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ 15ਵੀਂ ਸਦੀ ਦੇ ਵਿੱਚ ਜਦੋਂ ਬਾਬਰ ਆਉਂਦਾ ਹੈ, 1528 ਦੇ ਵਿੱਚ ਬਾਬਰ ਆਉਂਦਾ ਹੈ, ਅਤੇ ਉਹਨਾਂ ਵੇਲਿਆਂ ਦੇ ਵਿੱਚ ਵੀ 7ਵੀਂ ਸਦੀ ਤੋਂ ਲੈ ਕੇ 15ਵੀਂ ਸਦੀ ਤੱਕ ਕੋਈ ਕਾਰਵਾਈ ਹਿੰਦੁਸਤਾਨ ਨੇ ਕਿਉਂ ਨਹੀਂ ਕੀਤੀ? ਕੋਈ ਜੰਗ ਦੀ ਤਿਆਰੀ ਕਿਉਂ ਨਹੀਂ ਕੀਤੀ? ਸਾਧ ਸੰਗਤ, ਇੱਕੋ ਹੀ ਕਾਰਨ ਹੈ, ਸਾਡੇ ਲੋਕ, ਸਾਡੀ ਜਨਤਾ ਕਰਮ ਕੰਡਾਂ ਵਿੱਚ ਜਾ ਰੁੱਝੇ ਸਨ। ਅਤੇ ਇਨਕਲਾਬੀ ਲਹਿਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਉਦੋਂ ਬਾਬਰ ਦੇ ਖਿਲਾਫ ਚਲਾਈ। ਪਹਿਲੀ ਵਾਰ ਜੇ ਬਾਬਰ ਦੇ ਖਿਲਾਫ, ਜੇ ਹੁਕਮਰਾਨ ਦੇ ਖਿਲਾਫ, ਜੇ ਬਾਹਰੀ ਹਮਲੇ ਦੇ ਖਿਲਾਫ ਇਹਨਾਂ ਸਦੀਆਂ ਦੇ ਵਿੱਚ 7ਵੀਂ ਤੋਂ 15ਵੀਂ ਸਦੀ ਦੇ ਵਿੱਚ ਜੇ ਕਿਸੇ ਨੇ ਪਹਿਲੀ ਵਾਰ ਇਹ ਆਵਾਜ਼ ਚੁੱਕੀ ਸੀ, ਹਮਲਾਵਰ ਦੇ ਖਿਲਾਫ ਚੁੱਕੀ ਸੀ, ਹੁਕਮਰਾਨ ਦੇ ਖਿਲਾਫ ਚੁੱਕੀ ਸੀ, ਤਾਂ ਉਹ ਕੇਵਲ ਔਰ ਕੇਵਲ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਸਨ। ਉਹਨਾਂ ਤੋਂ ਇਲਾਵਾ ਕੋਈ ਨਹੀਂ ਜੇ ਹੋਇਆ। ਅਤੇ ਸੱਚੇ ਪਾਤਸ਼ਾਹ ਬਾਬਰ ਦੇ ਸਾਹਮਣੇ ਜਾ ਖਲੋਂਦੇ ਨੇ, ਉਹਨੂੰ ਕਹਿੰਦੇ ਨੇ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਏਤੀ ਮਾਰ ਪੜੀ ਕਰ ਲਾਣੇ, ਤੈਂ ਕੀ ਦਰਦ ਨਾ ਆਇਆ।
ਖੁਰਾਸਾਨ ਕਹਿੰਦੇ ਨੇ ਜੀ ਇਰਾਕ ਦੇ ਇਲਾਕੇ ਨੂੰ, ਇਰਾਕ, ਈਰਾਨ, ਪਰਸ਼ੀਆ ਦੇ ਇਲਾਕੇ ਨੂੰ ਖੁਰਾਸਾਨ ਕਿਹਾ ਜਾਂਦਾ ਹੈ। ਤੇ ਵੇਖੋ ਜਦੋਂ ਮਰੱਠਿਆਂ ਦੀ ਪਿੱਠ ਲੱਗੀ, ਮੈਂ ਫਿਰ ਇਤਿਹਾਸ ਤੇ ਆਉਣ ਲੱਗਾ, ਜਦੋਂ ਮਰੱਠਿਆਂ ਦੀ ਪਿੱਠ ਲੱਗੀ ਤਾਂ ਉਹਨਾਂ ਨੂੰ ਨੇੜੇ ਤੇੜੇ ਉਹਨਾਂ ਨੇ ਚਾਰਾਂ ਦਿਸ਼ਾਵਾਂ ਦੇ ਵਿੱਚ ਨਿਗਾਹ ਮਾਰੀ ਤੇ ਉਹਨਾਂ ਨੂੰ ਜੇ ਕੇਵਲ ਔਰ ਕੇਵਲ ਜੇ ਕੋਈ ਆਸ ਬੱਝੀ ਸੀ ਤਾਂ ਉਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਆਸ ਬੱਝੀ। ਮਰੱਠਿਆਂ ਦਾ ਇੱਕ ਟੋਲਾ ਸ਼੍ਰੀ ਅਕਾਲ ਤਖਤ ਸਾਹਿਬ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਕੋਲ ਆਇਆ ਤੇ ਉਹਨਾਂ ਨੂੰ ਆ ਕੇ ਕਹਿੰਦਾ ਹੈ ਕਿ ਜਥੇਦਾਰ ਸਾਹਿਬ, ਅਬਦਾਲੀ ਨੇ ਸਾਡੇ ਤੇ ਹਮਲਾ ਕਰ ਦਿੱਤਾ ਹੈ, ਸਾਡੀ ਪਿੱਠ ਲੱਗ ਗਈ ਹੈ, ਸਾਡੇ ਲੱਖਾਂ ਸਿਪਾਹੀ, ਉਹ ਕੌਮ ਮਰੱਠੇ, ਉਹ ਕੌਮ ਜਿਨ੍ਹਾਂ ਨੇ ਉੱਤਰ ਭਾਰਤ ਤੇ ਪੱਛਮੀ ਇਲਾਕੇ ਵਿੱਚ ਜਿਨ੍ਹਾਂ ਦੀ ਇੰਨੀ ਬਣਤਰ ਸੀ, ਮਰੱਠਿਆਂ ਦੀ, ਸਾਧ ਸੰਗਤ ਜੀ, ਮਰੱਠਿਆਂ ਦੀ ਇੰਨੀ ਪਕੜ ਸੀ, ਮਹਾਰਾਸ਼ਟਰਾ, ਕਰਨਾਟਕਾ, ਗੁਜਰਾਤ ਦੇ ਇਲਾਕੇ 'ਚ, ਮੱਧ ਪ੍ਰਦੇਸ਼ ਦੇ ਇਲਾਕੇ 'ਚ ਮਰੱਠਿਆਂ ਦੀ ਇੰਨੀ ਪਕੜ ਹੋਣ ਦੇ ਬਾਵਜੂਦ ਵੀ ਉਹ ਕਹਿੰਦਾ ਹੈ ਜਥੇਦਾਰ ਸਾਹਿਬ, ਮਰੱਠਿਆਂ ਦਾ ਟੋਲਿਆਂ ਦਾ ਜਿਹੜਾ ਉਹ ਮਰੱਠਿਆਂ ਦਾ ਜਿਹੜਾ ਟੋਲਾ ਆਇਆ ਸੀ, ਉਹਨਾਂ ਵਿੱਚੋਂ ਉਹਨਾਂ ਦਾ ਸਰਦਾਰ ਬੋਲਦਾ ਹੈ, ਉਹਨਾਂ ਦਾ ਵਾਲੀ ਬੋਲਦਾ ਹੈ, ਉਹ ਕਹਿੰਦਾ ਜਥੇਦਾਰ ਸਾਹਿਬ, ਅਬਦਾਲੀ ਨੇ ਸਾਡੇ 'ਤੇ ਹਮਲਾ ਕੀਤਾ, ਸਾਡਾ ਖਜ਼ਾਨਾ ਲੁੱਟ ਕੇ ਲੈ ਗਿਆ, ਸਾਡੇ ਧਾਰਮਿਕ ਸਥਲਾਂ ਦੀ, ਸਾਡੇ ਧਾਰਮਿਕ ਸਥਾਨਾਂ ਦੀ ਉਹਨੇ ਬੇਅਦਬੀ ਕਰ ਦਿੱਤੀ ਹੈ, ਸਾਡੇ ਕਿੰਨੇ ਹੀ ਸਾਡੇ ਸਿਪਾਹੀ ਮਾਰ ਗਿਆ, ਸਾਡੇ ਲੱਖਾਂ ਸਿਪਾਹੀ ਮਾਰ ਗਿਆ, ਸਾਨੂੰ ਉਹਨਾਂ ਦਾ ਦੁੱਖ ਨਹੀਂ, ਉਹ ਸਾਡੀਆਂ ਜਵਾਨ ਧੀਆਂ ਭੈਣਾਂ ਨੂੰ ਉਠਾ ਕੇ ਲੈ ਗਿਆ, ਜਵਾਨ ਬੀਬੀਆਂ ਨੂੰ, ਔਰਤਾਂ ਨੂੰ ਉਠਾ ਕੇ ਲੈ ਗਿਆ, ਸਾਨੂੰ ਸਭ ਤੋਂ ਵੱਡਾ ਦੁੱਖ ਹੀ ਇਸ ਗੱਲ ਦਾ ਹੈ। ਅਤੇ ਅਸੀਂ ਕਹਿੰਦਾ ਅੱਜ ਪੂਰੀ ਉਮੀਦ ਦੇ ਨਾਲ ਆਏ ਹਾਂ, ਅਸੀਂ ਸੁਣਿਆ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ, ਅੱਜ ਤੁਸੀਂ ਵੀ ਸਾਨੂੰ ਖਾਲੀ ਨਾ ਮੋੜਿਓ ਜੀ। ਸਾਧ ਸੰਗਤ ਜੀ, ਉਸ ਵੇਲੇ ਪੰਜਾਬ 12 ਮਿਸਲਾਂ ਵਿੱਚ ਵੰਡਿਆ ਹੋਇਆ ਸੀ ਅਤੇ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਨੇ 12 ਮਿਸਲਾਂ ਦੇ ਸਰਦਾਰਾਂ ਦੇ ਨਾਲ ਰਾਏ ਕੀਤੀ ਅਤੇ ਉਹਨਾਂ ਨੇ ਸਭ ਨੇ ਰਾਏ ਕਰਕੇ ਅਬਦਾਲੀ ਦਾ ਜਿਹੜਾ ਲਾਮ ਲਸ਼ਕਰ ਸੀ ਉਹ ਰੋਕਿਆ। ਇਸ ਤੋਂ ਪਹਿਲਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਉਸ ਹਮਲੇ ਤੋਂ ਪਹਿਲਾਂ ਜਿਹੜਾ ਕਿ ਮਰੱਠਿਆਂ ਦੇ ਕਹਿਣ 'ਤੇ ਖਾਲਸਾ ਫੌਜ ਨੇ ਅਬਦਾਲੀ 'ਤੇ ਕੀਤਾ, ਉਸ ਹਮਲੇ ਤੋਂ ਪਹਿਲਾਂ ਅਬਦਾਲੀ ਦਾ ਸਿੱਖ ਕੌਮ ਦੇ ਨਾਲ ਕੋਈ ਵੈਰ ਨਹੀਂ ਸੀ। ਸਾਧ ਸੰਗਤ, ਜੱਸਾ ਸਿੰਘ ਆਹਲੂਵਾਲੀਆ ਜੀ ਦੀ ਅਗਵਾਈ ਦੇ ਹੇਠ ਉਹ ਜਿਹੜਾ ਉਹਨਾਂ ਨੇ ਹਮਲਾ ਕੀਤਾ ਅਤੇ ਤਕਰੀਬਨ ਸਾਰਾ ਖਜ਼ਾਨਾ ਛੁਡਾ ਲਿਆ ਅਬਦਾਲੀ ਤੋਂ। ਉਹਨਾਂ ਨੇ ਸਾਰਾ, ਸਾਡੇ ਸੂਰਮਿਆਂ ਨੇ, ਸਾਡੇ ਸਿੰਘਾਂ ਨੇ ਸਾਰਾ ਖਜ਼ਾਨਾ ਛੁਡਾ ਲਿਆ। ਤਕਰੀਬਨ 2500 ਦੇ ਆਸੇ ਪਾਸੇ ਉਹਨਾਂ ਨੇ ਜਵਾਨ ਔਰਤਾਂ ਨੂੰ, ਜਵਾਨ ਧੀਆਂ ਭੈਣਾਂ ਨੂੰ, ਬੱਚੀਆਂ ਨੂੰ ਉਹਨਾਂ ਨੇ ਅਬਦਾਲੀ ਦੇ ਚੰਗਲ 'ਚੋਂ ਛੁਡਾ ਲਿਆ ਅਤੇ ਅਬਦਾਲੀ ਇਸ ਤਰ੍ਹਾਂ ਨਾਲ ਹਾਰ ਕੇ ਭੱਜਿਆ। ਉਹ ਲਾਹੌਰ ਜਾ ਵੱਜਦਾ, ਉਹ ਬੁਰੀ ਤਰ੍ਹਾਂ ਹਾਰਿਆ ਅਤੇ ਉਸ ਦਿਨ ਤੋਂ ਉਹ ਸਿੱਖਾਂ ਤੋਂ ਖਾਰ ਖਾਣ ਲੱਗ ਪਿਆ। ਉਹ ਇੰਨੀ ਬੁਰੀ ਤਰ੍ਹਾਂ ਨਾਲ ਖਾਰ ਖਾਣ ਲੱਗ ਪਿਆ ਸਿੱਖਾਂ ਦੇ ਨਾਲ। ਉਹ ਗਜਨੀ, ਉਹ ਲਾਹੌਰ ਤੋਂ ਹੁੰਦਾ ਗਜਨੀ ਜਾਂਦਾ ਹੈ ਅਤੇ ਗਜਨੀ ਜਾ ਕੇ ਇੱਕ ਮਸਜਿਦ ਦੇ ਵਿੱਚ ਜ਼ਿਆਦ ਦੇ ਨਾਂ 'ਤੇ ਇੱਕ ਫੌਜ ਇਕੱਠੀ ਕਰਨ ਨੂੰ ਕਹਿੰਦਾ। ਸਾਧ ਸੰਗਤ ਜੀ, ਇੱਥੇ ਧਿਆਨ ਤੁਹਾਡਾ ਇਕਾਗਰਚਿਤ ਹੋਈਏ, ਧਿਆਨ ਇੱਥੇ ਰੱਖਿਓ। ਜ਼ਿਆਦ ਦੇ ਨਾਂ 'ਤੇ ਫੌਜ ਇਕੱਠੀ ਕਰਦਾ ਹੈ। ਜ਼ਿਆਦ ਦੇ ਨਾਂ 'ਤੇ ਫੌਜ ਇਕੱਠੀ ਕਰਨ ਦਾ ਅਰਥ ਹੁੰਦਾ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਪੰਜਾਬ 'ਤੇ ਮੁਗਲਾਂ ਦਾ ਸ਼ਾਸਨ ਹੁੰਦਾ ਸੀ, ਉਦੋਂ 3 ਹਿੱਸਿਆਂ ਵਿੱਚ ਫੌਜ ਹੁੰਦੀ ਸੀ। ਇੱਕ ਬਾਦਸ਼ਾਹ ਦੀ ਫੌਜ, ਇੱਕ ਸੂਬੇਦਾਰਾਂ ਦੀ ਫੌਜ, ਇੱਕ ਸੂਬੇਦਾਰਾਂ ਦੇ ਆਸੇ ਪਾਸੇ ਵਾਲੇ ਇਲਾਕਿਆਂ ਦੀ ਫੌਜ ਅਤੇ ਇੱਕ ਮੇਨ ਅਤੇ ਰਾਖਵੀਂ ਫੌਜ ਹੁੰਦੀ ਸੀ ਜਿਹਨੂੰ ਜ਼ਿਆਦ ਦੀ ਫੌਜ ਕਹਿੰਦੇ ਨੇ। ਉਹਦਾ ਅਰਥ ਹੁੰਦਾ ਹੈ ਕਿ ਇਸਲਾਮ ਮਜ਼ਹਬ 'ਤੇ ਆਣ ਬਣੀ ਹੈ, ਇਸਲਾਮ ਧਰਮ 'ਤੇ ਆਣ ਬਣੀ ਹੈ, ਆਓ ਇਕੱਠੇ ਹੋ ਕੇ ਸਾਹਮਣਾ ਕਰੀਏ। ਇੱਕ ਚਾਲ ਹੁੰਦੀ ਸੀ, ਸਾਰਿਆਂ ਨੂੰ ਇਕੱਠਾ ਕਰ ਲੈਂਦੇ ਸੀ ਕਿਉਂਕਿ ਧਰਮ ਦੇ ਨਾਂ 'ਤੇ ਸਾਰੇ ਹੀ ਅੱਗੇ ਆ ਜਾਂਦੀ ਸੀ। ਸਾਡੇ ਧਰਮ 'ਤੇ ਆਣ ਬਣੀ ਹੈ, ਸਭ ਅੱਗੇ ਆ ਜਾਂਦੇ ਸੀ ਉਦੋਂ, ਅਤੇ ਉਹ ਇੰਨੀਆਂ ਫੌਜਾਂ ਇਕੱਠੀਆਂ ਕਰ ਲੈਂਦਾ ਹੈ। ਜ਼ਿਆਦ ਦੇ ਨਾਂ 'ਤੇ ਫੌਜ ਇਕੱਠੀ ਕਰਦਾ, ਉਹਦੇ ਆਪਣੇ ਕਿੰਨੇ ਸਿਪਾਹੀ ਹੁੰਦੇ ਨੇ ਅਤੇ ਪੰਜਾਬ ਦੇ ਵਿੱਚ ਉਹ 4 ਸੂਬੇਦਾਰਾਂ ਨੂੰ ਲਾ ਜਾਂਦਾ ਹੈ। ਅਤੇ ਵੇਲਾ ਆਉਂਦਾ ਹੈ ਜੀ 1761 ਦੀ ਦੀਵਾਲੀ ਦਾ। ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਾਰੇ ਸਿੱਖ ਇਕੱਠੇ ਹੁੰਦੇ ਨੇ।
ਸਾਰੇ ਮਿਸਲਾਂ ਦੇ ਜਥੇਦਾਰ ਇਕੱਠੇ ਹੁੰਦੇ ਨੇ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਉਸ ਸਭਾ ਦੀ ਅਗਵਾਈ ਕਰਦੇ ਨੇ ਤੇ ਅਗਵਾਈ ਕਰਦੇ ਕਰਦੇ ਕੁਝ ਮਤੇ ਪਾਸ ਹੁੰਦੇ ਨੇ। ਉਹਨਾਂ ਵਿੱਚ ਸਭ ਤੋਂ ਮੇਨ ਮਤਾ ਸੀ ਕਿ ਜਿਹੜੇ ਖਾਲਸਾ ਰਾਜ ਦੀ ਮੁਖਬਰੀ ਕਰਦੇ ਨੇ, ਜਿਹੜੇ ਗੱਦਾਰ ਨੇ, ਜਿਹੜੇ ਮੁਖਬਰ ਨੇ, ਜਿਹੜੀ ਇੱਧਰ ਦੀ ਖਬਰ ਉੱਧਰ ਦੱਸਦੇ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਸੌਦਾ ਲਾਈਏ। ਕਿਉਂਕਿ ਸਾਧ ਸੰਗਤ, ਜਿਵੇਂ ਸਿਆਣੇ ਕਹਿੰਦੇ ਨੇ, ਘਰ ਦਾ ਭੇਤੀ ਲੰਕਾ ਢਾਏ। ਤੇ ਸਾਧ ਸੰਗਤ ਜੀ, ਉਹਨਾਂ ਵਿੱਚੋਂ ਦੋ ਮੁਖਬਰ ਮੇਨ ਸਨ, ਦੋ ਮੁਖਬਰ ਮੁੱਖ ਸਨ। ਇੱਕ ਸੀ ਆਕਲ ਦਾਸ, ਦੂਜਾ ਸੀ ਹਰੀ ਭਗਤ ਨਰਿੰਜਨੀਆ। ਆਕਲ ਦਾਸ ਨੂੰ ਖਾਲਸਾ ਸਰਕਾਰ ਵੱਲੋਂ, ਖਾਲਸਾ ਫੌਜ ਵੱਲੋਂ, ਜਥੇਦਾਰ ਸਾਹਿਬ ਵੱਲੋਂ ਇੱਕ ਚਿੱਠੀ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ, ਆਕਲ ਦਾਸ ਸੁਧਰ ਜਾ, ਮਾਫੀ ਮੰਗ ਲੈ, ਖੀਮਾ ਮੰਗ ਲੈ, ਨਹੀਂ ਤਾਂ ਸੋਧਿਆ ਜਾਵੇਗਾ। ਉਹਨੇ ਖਾਲਸੇ ਵੱਲੋਂ ਉਸ ਚਿੱਠੀ ਦੇ ਜਵਾਬ ਦੇ ਵਿੱਚ, ਖਾਲਸਾ ਸਰਕਾਰ ਵੱਲੋਂ ਆਈ ਉਸ ਚਿੱਠੀ ਦੇ ਜਵਾਬ ਵਿੱਚ ਮਾਫੀ ਤੇ ਮੰਗ ਲਈ, ਪਰ ਖਿਮਾ ਕਰਨਾ, ਜਿਵੇਂ ਕਹਿੰਦੇ ਨੇ, ਦੋਗਲਾ ਕਿਰਦਾਰ ਹੁੰਦਾ, ਦੋ ਤਰਫਕ ਦੋ ਮੂੰਹੀਆ ਕਿਰਦਾਰ ਹੁੰਦਾ। ਉਹਨੇ ਮਾਫੀ ਵੀ ਮੰਗ ਲਈ, ਇੱਕ ਚਿੱਠੀ ਖਾਲਸੇ ਨੂੰ ਭੇਜ ਦਿੱਤੀ, ਮਾਫੀ ਵਾਲੀ ਚਿੱਠੀ ਖਾਲਸੇ ਨੂੰ ਭੇਜ ਦਿੱਤੀ, ਤੇ ਦੂਜੀ ਚਿੱਠੀ ਅਬਦਾਲੀ ਨੂੰ ਇੱਕ ਹੋਰ ਚਿੱਠੀ ਭੇਜੀ ਜਿਹਦੇ ਵਿੱਚ ਆਕਲ ਦਾਸ ਨੇ ਇਹ ਬਿਆਨ ਕੀਤਾ, ਕਹਿੰਦਾ ਜਿਹੜੇ ਅਬਦਾਲੀ ਨੂੰ ਕਹਿੰਦਾ, ਜਿਹੜੇ ਤੁਸੀਂ 4 ਸੂਬੇਦਾਰ ਪੰਜਾਬ 'ਚ ਤੈਨਾਤ ਕਰਕੇ ਗਏ ਸੋ, ਉਹਨਾਂ ਦੀ ਪਕੜ ਪੰਜਾਬ ਵਿੱਚ ਹੁਣ ਬਣਦੀ ਜਾ ਰਹੀ ਹੈ ਤੇ ਸਿੱਖਾਂ ਨੂੰ ਮੇਰੇ 'ਤੇ ਸ਼ੱਕ ਹੋਣ ਲੱਗ ਗਿਆ। ਛੇਤੀ ਹੁਣ ਹਮਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿਓ। ਤੇ ਫਿਰ ਉਹ ਸਮਾਂ ਆਉਂਦਾ 1762 ਦਾ, ਉਹ ਵੇਲਾ ਆਉਂਦਾ ਜਦੋਂ ਖਾਲਸਾ ਸਰਕਾਰ ਕੋਲ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਦੇ ਕੋਲ ਤੇ 12 ਮਿਸਲਾਂ ਦੇ ਕੋਲ ਇਹ ਸੱਦਾ ਆਉਂਦਾ, ਇੱਕ ਚਿੱਠੀ ਆਉਂਦੀ ਹੈ, ਜਾਂ ਕਹਿ ਲਈਏ ਇੱਕ ਐਲਾਨ ਦਾ ਪੱਤਰ ਆਉਂਦਾ, ਜਿੱਥੋਂ ਪਤਾ ਲੱਗਦਾ ਕਿ ਅਬਦਾਲੀ ਪੰਜਾਬ 'ਤੇ ਹਮਲਾ ਕਰਨ ਆ ਰਿਹਾ ਹੈ। ਤੇ ਕਿਉਂ ਆ ਰਿਹਾ ਹੈ, ਕਿਸ ਵਜ੍ਹਾ ਕਰਕੇ ਆ ਰਿਹਾ ਹੈ? ਉਹ ਵਜ੍ਹਾ ਇਹ ਹੈ ਕਿ ਉਹ ਸਿੱਖਾਂ ਨੂੰ ਨਿਸਤੇ ਨਾਬੂਦ ਕਰਨਾ ਚਾਹੁੰਦਾ, ਉਹ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ ਹੈ। ਤੇ ਖਾਲਸਿਆਂ ਨੇ ਵੀ, ਸਿੰਘਾਂ ਸੂਰਮਿਆਂ ਨੇ ਹਮਲੇ ਦੀ ਜਿਹੜੀ ਤਿਆਰੀ ਸੀ ਉਹ ਸ਼ੁਰੂ ਕਰ ਦਿੱਤੀ। ਕੁੱਲ 40 ਤੋਂ 45 ਹਜ਼ਾਰ ਉੱਥੇ ਸਿੰਘ ਸਨ, ਜਿਨ੍ਹਾਂ ਦੇ ਵਿੱਚ ਲੜਾਕੂ ਸਿੱਖ, ਉਹਨਾਂ ਦੇ ਬੱਚੇ, ਉਹਨਾਂ ਦੇ ਪਰਿਵਾਰ, ਉਹਨਾਂ ਦੀਆਂ ਸੁਪਤਨੀਆਂ, ਬੀਬੀਆਂ, ਕੁਝ ਬਜ਼ੁਰਗ ਵੀ ਨੇ। ਤੇ ਇੱਕ ਚਿੰਤਾ ਉਹਨਾਂ ਨੂੰ ਸਤਾਈ ਜਾ ਰਹੀ ਹੈ। ਉਹ ਚਿੰਤਾ ਇਹ ਹੈ ਕਿ ਅਸੀਂ ਅਬਦਾਲੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਪਰਿਵਾਰਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਛੱਡ ਆਈਏ। ਇੱਕ ਗੱਲ ਖਾਲਸਾ ਜੀ, ਤੁਹਾਨੂੰ ਮੈਂ ਸਾਧ ਸੰਗਤ ਜੀ ਦੱਸ ਦਿਆਂ ਕਿ ਖਾਲਸਾ ਸਰਕਾਰ ਨੇ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਨੇ, ਸਾਰਿਆਂ ਨੇ ਬਹਿ ਕੇ ਇੱਕ ਅੰਦਾਜ਼ਾ ਲਾਇਆ ਸੀ। ਕਿਉਂਕਿ ਅੰਦਾਜ਼ਾ ਇਹ ਲਾਇਆ ਸੀ ਕਿ ਅਬਦਾਲੀ ਨੂੰ ਇੱਥੇ ਪਹੁੰਚਣ ਵਿੱਚ ਘੱਟੋ ਘੱਟ 10 ਦਿਨਾਂ ਦਾ ਸਮਾਂ ਲੱਗ ਜਾਵੇਗਾ। ਉਨੇ ਸਮੇਂ ਦੇ ਵਿੱਚ ਉਹ ਸੋਚਦੇ ਸੀ ਅਸੀਂ ਬੀਕਾਨੇਰ ਦੇ ਕੋਲ ਕਿਤੇ ਸੁਰੱਖਿਅਤ ਜਗ੍ਹਾ ਦੇ ਵਿੱਚ ਜਾ ਕੇ ਉੱਥੇ ਪਹੁੰਚ ਕੇ ਸਾਰੇ ਜਿਹੜਾ ਸਾਡਾ ਪਰਿਵਾਰ ਹੈ, ਜਿਹੜਾ ਸਾਡਾ ਕੁਟੁੰਬ ਹੈ, ਉਹਨਾਂ ਨੂੰ ਉੱਥੇ ਛੱਡ ਆਈਏ ਤਾਂ ਜੋ ਸੁਰੱਖਿਅਤ ਰਹਿਣ। ਲੇਕਿਨ ਹੰਕਾਰ ਦਾ ਮਾਰਿਆ, ਹੰਕਾਰ ਦੇ ਧੱਕੇ ਚੜ੍ਹਿਆ ਅਬਦਾਲੀ। ਉਹਨੇ 36 ਘੰਟੇ ਨਹੀਂ ਹੋਣ ਦਿੱਤੇ। 36 ਘੰਟੇ ਉਹਨੇ ਆਪਣੇ ਲਾਮ ਲਸ਼ਕਰ ਨੂੰ ਚਰਾਈ ਰੱਖਿਆ। ਉਹਨੂੰ ਰੁਕਣ ਨਹੀਂ ਦਿੱਤਾ, ਕਿਸੇ ਨੂੰ ਰੋਟੀ ਖਾਣ ਦੀ ਤੇ ਕੀ, ਮੁਗਲ ਫੌਜ ਨੂੰ, ਉਸ ਸਮੇਂ ਅਬਦਾਲੀ ਦੀ ਫੌਜ ਨੂੰ ਰੋਟੀ ਖਾਣ ਦੀ ਤੇ ਕੀ, ਪਾਣੀ ਪੀਣ ਦੀ ਵੀ ਇਜਾਜ਼ਤ ਨਹੀਂ ਮਿਲੀ। ਉਹ ਇਸ ਤਰ੍ਹਾਂ ਹੰਕਾਰ ਦਾ ਭਰਿਆ, ਬਦਲੇ ਦੀ ਭਾਵਨਾ ਲੈ ਕੇ ਇਸ ਤਰ੍ਹਾਂ ਅੱਗੇ ਵਧ ਰਿਹਾ ਸੀ। ਉਹਨੇ 36 ਘੰਟੇ ਦੇ ਵਿੱਚ ਵਿੱਚ ਫੌਜ ਨੂੰ ਗਜਨੀ ਤੋਂ ਪੰਜਾਬ ਲਿਆਤਾ, ਜਿੱਥੇ ਕਿ ਖਾਲਸਾ ਫੌਜ ਨੇ 10 ਦਿਨਾਂ ਦਾ ਅਨੁਮਾਨ ਲਾਇਆ ਸੀ ਵੀ ਹਜੇ 10 ਦਿਨ ਪਹੁੰਚਣ ਵਿੱਚ ਲੱਗਣਗੇ, ਤੇ ਅਬਦਾਲੀ ਨੇ ਆਪਣੀ ਫੌਜ ਨੂੰ ਰੁਕਣ ਹੀ ਨਹੀਂ ਦਿੱਤਾ। ਤੇ ਦੂਜੇ ਪਾਸੇ ਅਬਦਾਲੀ ਨੇ ਜਿਹੜੇ ਉਹਦੇ 4 ਸੂਬੇਦਾਰ ਲਾ ਕੇ ਗਿਆ ਸੀ, ਉਹਨਾਂ ਨੂੰ ਵੀ ਸੱਦਾ ਪੱਤਰ ਭੇਜ ਦਿੱਤਾ ਵੀ ਆਓ, ਇੱਕ ਫੌਜ ਮੇਰੀ ਹੈ, ਇੱਕ ਫੌਜ ਜ਼ਿਆਦ ਦੇ ਨਾਂ 'ਤੇ, ਇਸਲਾਮ ਦੇ ਨਾਂ 'ਤੇ, ਇਸਲਾਮ ਧਰਮ ਨੂੰ, ਇਸਲਾਮ ਮਜ਼ਹਬ ਨੂੰ ਖਤਰਾ ਉਹਦੇ ਨਾਂ 'ਤੇ ਇਕੱਠੀ ਕੀਤੀ ਹੈ। ਤੇ ਤੁਸੀਂ ਚਾਰੋਂ ਵੀ ਹੁਣ ਕਹਿੰਦਾ ਕਾਇਮ ਹੋ ਜਾਓ, ਜੰਗ ਦਾ ਵੇਲਾ ਆ ਗਿਆ, ਯੁੱਧ ਕਰਨ ਦਾ, ਲੜਨ ਦਾ ਵੇਲਾ ਆ ਗਿਆ। ਤੇ ਸਾਧ ਸੰਗਤ ਜੀ, ਜਦੋਂ ਜੰਗ ਸ਼ੁਰੂ ਹੋਈ ਤੇ ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈ, ਕਿਉਂਕਿ ਵੇਖੋ ਇੰਨੀ ਗਤੀ ਦੇ ਨਾਲ, ਇੰਨੀ ਰਫ਼ਤਾਰ ਦੇ ਨਾਲ, ਇੰਨੀ ਤੇਜ਼ੀ ਦੇ ਨਾਲ ਅਬਦਾਲੀ ਉੱਥੇ ਆਣ ਪੁੱਜਿਆ, ਜਿੱਥੇ 10 ਦਿਨਾਂ ਦਾ ਅਨੁਮਾਨ ਲਾਇਆ ਜਾ ਰਿਹਾ ਸੀ। ਅਬਦਾਲੀ
ਡੇਢ ਪੌਣੇ 2 ਦਿਨਾਂ ਦੇ ਵਿੱਚ ਉੱਥੇ ਪਹੁੰਚ ਗਿਆ ਜੰਗ ਦੇ ਮੈਦਾਨ ਵਿੱਚ। ਜਦੋਂ ਜੰਗ ਛਿੜੀ ਤੇ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈ ਕਿ ਲੜਾਕੂ ਸਿੰਘਾਂ ਨੇ, ਜੁਝਾਰੂ ਸਿੰਘਾਂ ਨੇ ਆਪਣੇ ਪਰਿਵਾਰ ਦੀ ਰੱਖਿਆ, ਆਪਣੇ ਕੁਟੁੰਬ ਦੀ ਰੱਖਿਆ, ਬਜ਼ੁਰਗਾਂ ਦੀ, ਬੱਚਿਆਂ ਦੀ ਰੱਖਿਆ ਇਸ ਪ੍ਰਕਾਰ ਨਾਲ ਕੀਤੀ ਕਿ ਜਿਵੇਂ ਮੁਰਗੀ ਆਪਣੇ ਖੰਭਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੁਕਾ ਲੈਂਦੀ ਹੈ ਤੇ ਭੇਤ ਵੀ ਨਹੀਂ ਪਤਾ ਲੱਗਦਾ ਤੇ ਕੋਈ ਵਾਲ ਵੀ ਵਿੰਗਾ ਨਹੀਂ ਹੁੰਦਾ ਤੇ ਜਾਂ ਕਹਿ ਲਈਏ ਕੋਈ ਖਤਰਾ ਵੀ ਨਹੀਂ ਆਣ ਪੈਂਦਾ ਉਹਨਾਂ ਤੇ। ਇਸ ਪ੍ਰਕਾਰ ਦੇ ਨਾਲ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਲੜਨ ਵਾਲੇ ਜੁਝਾਰੂ ਲੜਾਕੂ ਸਿੰਘ ਸੂਰਮੇ ਚਾਰੇ ਪਾਸੇ ਉਹਨਾਂ ਨੇ ਆਪਣੇ ਕੁਟੁੰਬ ਨੂੰ ਘੇਰ ਲਿਆ ਤੇ ਕੁਟੁੰਬ ਦੇ ਵਿੱਚ ਵਿਚਾਲੇ ਉਸ ਜਿਹੜਾ ਉਹਨਾਂ ਨੇ ਘੇਰਾ ਬਣਾਇਆ, ਸਿੰਘ ਲੜ ਰਹੇ ਨੇ, ਤੁਰ ਰਹੇ ਨੇ, ਨਾਲ ਨਾਲ ਲੜ ਵੀ ਰਹੇ ਨੇ। ਵੇਖੋ ਜਿਹੜਾ ਉਹਨਾਂ ਨੇ ਘੇਰਾ ਬਣਾਇਆ ਉਹਦੇ ਵਿੱਚ ਵਿਚਾਲੇ ਉਹਨਾਂ ਨੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਬੀਬੀਆਂ ਨੂੰ ਰੱਖਿਆ ਤੇ ਚਾਰੇ ਪਾਸੇ ਸੂਰਮਿਆਂ ਨੇ ਆਪਣੇ ਉਸ ਘੇਰੇ ਨੂੰ ਘੇਰਾ ਪਾ ਕੇ ਰੱਖਿਆ ਤਾਂ ਜੋ ਅਬਦਾਲੀ ਦੀ ਫੌਜ ਉਹਨਾਂ ਦੇ ਭਾਰੂ ਨਾ ਪੈ ਸਕੇ, ਉਹਨਾਂ ਦੇ ਪਰਿਵਾਰਾਂ 'ਤੇ ਕੋਈ ਆਣ ਨਾ ਬਣ ਸਕੇ, ਉਹਨਾਂ ਦੇ ਪਰਿਵਾਰਾਂ 'ਤੇ ਕੋਈ ਭੀੜ ਨਾ ਪੈ ਸਕੇ। ਪਰ ਜਿਸ ਸਮੇਂ ਜਿਹੜੇ 4 ਸੂਬੇਦਾਰ ਅਬਦਾਲੀ ਲਾ ਕੇ ਗਿਆ ਸੀ ਉਹਨਾਂ ਦੇ ਨਾਲ ਸੂਰਮੇ ਸਾਡੇ ਸਿੰਘ, ਸਾਡੇ ਜੁਝਾਰੂ ਸਿੰਘ ਮੁਕਾਬਲਾ ਕਰ ਰਹੇ ਸੀ। ਇਹਨਾਂ ਵੇਲਿਆਂ ਦੇ ਵਿੱਚ ਇੱਕ ਵੀ ਸਕਿੰਟ, ਇੱਕ ਵੀ ਪਲ ਅਬਦਾਲੀ ਨੇ ਜਾਣ ਨਾ ਦਿੱਤਾ ਕਿਉਂਕਿ ਹੰਕਾਰ ਦਾ ਭਰਿਆ, ਗੁੱਸੇ ਦਾ ਭਰਿਆ ਜੋ ਆਣ ਵੜਿਆ ਸੀ ਪੰਜਾਬ 'ਚ ਬਦਲਾ ਲੈਣ ਦੀ ਖਾਤਰੇ, ਤੇ ਉਹਨੇ ਇੱਕ ਵੇਲਾ ਵੀ ਜਾਣ ਨਹੀਂ ਦਿੱਤਾ। ਉਹਨੇ ਸਿੰਘਾਂ ਦਿਆਂ ਬੱਚਿਆਂ 'ਤੇ, ਪਰਿਵਾਰਾਂ 'ਤੇ ਇਸ ਤਰ੍ਹਾਂ ਹਮਲਾ ਕੀਤਾ। ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈ ਕਿ 14 ਮੀਲ ਸਿੱਖ 14 ਮੀਲ ਤੁਰ ਕੇ ਆਪਣੇ ਕੁਟੁੰਬ ਨੂੰ ਰਾਖਵਾਂ ਵਿੱਚ ਰੱਖ ਕੇ, ਸੁਰੱਖਿਆ ਦੇ ਘੇਰੇ ਵਿੱਚ ਰੱਖ ਕੇ ਸਿੱਖਾਂ ਨੇ ਘੱਲੂ ਘਾਰੇ ਦੀ ਉਹ ਲੜਾਈ ਲੜੀ ਸੀ। ਤੇ ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਜ਼ਿਕਰ ਮਿਲਦਾ ਹੈ ਕਿ 14 ਮੀਲ ਤੱਕ ਜਦੋਂ ਸਿੱਖਾਂ ਦੇ ਕੁਟੁੰਬ 'ਤੇ ਹਮਲਾ ਹੋਇਆ, ਇੰਜ ਲੱਗਿਆ ਕਿਸੇ ਨੇ ਧਰਤੀ 'ਤੇ ਲਾਲ ਰੰਗ ਦਾ ਗਲੀਚਾ, ਕੋਈ ਲਾਲ ਰੰਗ ਦਾ ਕਾਰਪੇਟ ਵਿਛਾ ਦਿੱਤਾ ਹੋਵੇ। ਅਸਲ ਦੇ ਵਿੱਚ ਇਹ ਖੂਨ ਨੂੰ ਦਰਸਾਇਆ ਗਿਆ ਹੈ, ਇਹ ਉਹਨਾਂ ਜੁਝਾਰੂਆਂ ਦੇ, ਉਹਨਾਂ ਦੇ ਪਰਿਵਾਰਾਂ ਦੇ ਲਹੂ ਨੂੰ ਦਰਸਾਇਆ ਗਿਆ ਹੈ, ਉਹਨਾਂ ਦੇ ਜਜ਼ਬੇ ਨੂੰ ਦਰਸਾਇਆ ਗਿਆ ਹੈ। ਇਤਿਹਾਸਕਾਰ ਕਹਿੰਦੇ ਨੇ ਇਸ ਤਰ੍ਹਾਂ ਲੱਗਾ ਕਿ ਥੱਲੇ ਕਿਸੇ ਨੇ ਜ਼ਮੀਨ ਦੇ ਉੱਤੇ 14 ਮੀਲ ਲੰਬਾ ਕਾਰਪੇਟ, ਕੋਈ ਗਲੀਚਾ ਵਿਛਾ ਦਿੱਤਾ ਹੋਵੇ। ਸਾਧ ਸੰਗਤ ਜੀ 40 ਤੋਂ 45 ਹਜ਼ਾਰ ਸਿੰਘ ਉਦੋਂ ਸ਼ਹੀਦ ਹੁੰਦੇ ਨੇ ਤੇ 2000 ਸਿੰਘ ਜਿਹੜੇ ਨੇ ਉਹ ਕਿੱਕਰਾਂ ਦੇ ਪਤਲੇ ਜੰਗਲਾਂ ਦੇ ਵਿੱਚ ਜਾ ਲੁਕਦੇ ਨੇ, ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਸਰਦਾਰ ਚੜਕ ਸਿੰਘ ਵੀ ਹੁੰਦੇ ਨੇ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਵੀ ਹੁੰਦੇ ਨੇ ਤੇ ਕੋਈ ਸਿੰਘ ਉੱਥੇ ਐਸਾ ਨਹੀਂ ਹੁੰਦਾ। ਉਸ ਕਿੱਕਰਾਂ ਦੇ ਜੰਗਲ ਦੇ ਵਿੱਚ 2000 ਸਿੰਘ ਦੇ ਤਕਰੀਬਨ ਸਿੰਘ ਉੱਥੇ ਜਾ ਲੁਕਦੇ ਨੇ, ਸ਼ਰਨ ਲੈਂਦੇ ਨੇ ਤੇ ਕੋਈ ਸਿੰਘ ਉੱਥੇ ਐਸਾ ਨਹੀਂ ਜਿਹਦੇ ਸਰੀਰ 'ਤੇ ਫੱਟ ਨਾ ਲੱਗੇ ਹੋਣ, ਜਿਹਦਾ ਸਰੀਰ ਜ਼ਖਮੀ ਨਾ ਹੋਇਆ ਹੋਵੇ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ 20 ਫੱਟ ਲੱਗੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜਕ ਸਿੰਘ ਜੀ ਨੂੰ ਉਹਨਾਂ ਦੇ ਸਰੀਰ 'ਤੇ 19 ਫੱਟ ਲੱਗੇ ਤੇ 2 ਗੋਲੀਆਂ ਵੱਜੀਆਂ।